तो बिल्कुल इस विचकार वड्डी खबर आ रही है। पंजाब हरियाणा हाईकोर्ट ने सरकार तो सवाल पूछा। वीआईपी सुरक्षा नूं लैके बहुत वड्डी खबर है। इस वेले दी सुरक्षा नूं लैके बहुत वड्डी खबर है। सवाल पूछा गया कि सुरक्षा वापस लैण दे दस्तावेज लीक किवें होए ने। अकाली आगू वीर सिंह लुपोके के उन्होंने वालों एक जी पटीशन लैके हाईकोर्ट पहुंच गए। दरअसल पूरा मामला यह है कि ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਲਜ਼ਾਮ ਲਗਾ ਰਹੀਆਂ ਨੇ ਕਿ ਸਰਕਾਰ ਦੇ ਵੱਲੋਂ ਸਿਕਿਉਰਿਟੀ ਵਾਪਸ ਲਈ ਗਈ ਤੇ ਉਸ ਤੋਂ ਬਾਅਦ ਉਸ ਨੂੰ ਪ੍ਰਚਾਰਿਆ ਗਿਆ, ਮੀਡੀਆ ਦੇ ਵਿੱਚ ਆ ਗਿਆ ਔਰ ਇਸ ਪ੍ਰਚਾਰ ਦੀ ਵਜ੍ਹਾ ਦੇ ਨਾਲ ਜਿਹੜਾ ਲੋਕਾਂ ਤੱਕ ਜਾਂ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਤੱਕ ਪਹੁੰਚ ਗਿਆ ਕਿ ਕਿਹਨਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਜਾਂ ਖਤਮ ਕਰ ਦਿੱਤੀ ਗਈ ਹੈ ਜਾਂ ਫਿਰ ਜਿਨ੍ਹਾਂ ਦੀ ਕਟੌਤੀ ਕਰ ਦਿੱਤੀ ਗਈ ਹੈ। ਤੇ ਇਸ ਵਿਚਾਲੇ ਹੁਣ ਹਾਈ ਕੋਰਟ ਪੰਜਾਬ ਸਰਕਾਰ ਤੋਂ ਜ਼ਰੂਰ ਸਵਾਲ ਕਰ ਰਿਹਾ ਹੈ ਕਿ ਤੁਸੀਂ ਦੱਸੋ ਕਿ ਆਖਿਰ ਉਹ ਪੇਪਰ ਲੀਕ ਕਿਵੇਂ ਹੋ ਗਿਆ। ਇਹ ਤਾਂ ਕੌਨਫੀਡੈਂਸ਼ੀਅਲ ਸੀ, ਜਿਹੜਾ ਲੀਕ ਹੋਣਾ ਨਹੀਂ ਚਾਹੀਦਾ ਸੀ, ਤਾਂ ਫਿਰ ਇਹ ਲੀਕ ਕਿਵੇਂ ਹੋ ਗਿਆ। बिल्कुल सो अकाली आगू वीर सिंह लपोके दे वल्लों दाखिल की गई सी पटीशन और लपोके दी भी सिक्योरिटी दे विच सरकार ने कटौती की सी और अस्से दे विचकार यह सवाल किया गया सरकार तो कि आखिरकार सुरक्षा घटाउण नूं लैके जिहड़े दस्तावेज ने और लीक किस दे वल्लों कीते गए। लगातार विरोधी धਿਰ सवाल चुक रहा है कि आखिरकार जेकर तुसीं सुरक्षा घटाई सी तां घट्टो घट्ट इस नूं जनतक ना कीता जांदा। जदों असीं भी कई लीडरां दे नाल जिन्हां दी सुरक्षा च कटौती होई सी, असीं गलबात कीती सी उन्हां दे नाल, तां उन्हां दे वल्लों यही किहा गया सी कि ठीक है एक पासे जिथे सुरक्षा घटाई जा रही है पर दूसरे पासे इस नूं जनतक करके प्रचार क्यों किया जा रहा है। तो यो सवाल हुण कोर्ट दे वल्लों पूछा जा रहा है सरकार नूं। हालांकि हुण जवाब की दिता जाएगा वेखण वाली गल होएगी। हालांकि जदों तो यह कतल की वारदात सामने आई है उस वेले तो सवाल उठ रहे हैं कि सुरक्षा च कटौती की गई, जे की गई तो फिर उसका प्रचार क्यों होया, उसनूं जनतक क्यों किया गया। ਤਾਂ ਸ਼ਨੀਵਾਰ ਦੇ ਦਿਨ 424 ਲੋਕਾਂ ਦੀ ਸਿਕਿਉਰਿਟੀ ਕਟੌਤੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ। ਐਤਵਾਰ ਦੇ ਦਿਨ 24 ਘੰਟਿਆਂ ਬਾਅਦ ਹੀ ਸਿੱਧੂ ਮੂਸੇਵਾਲਾ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਇੱਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਹੜੀ ਕਾਂਗਰਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਇਸ ਪੂਰੇ ਮਾਮਲੇ ਦੇ ਵਿੱਚ ਕਿ ਦਸਤਾਵੇਜ਼ ਲੀਕ ਕਿਉਂ ਕੀਤੇ ਗਏ, ਕਿਉਂ ਮੀਡੀਆ ਦੇ ਵਿੱਚ ਦੱਸਿਆ ਗਿਆ। ਸਦਾ ਰੁਖ ਕਰਦੇ ਹਾਂ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ। ਇਹ ਪੂਰਾ ਮਾਮਲਾ ਸਿਕਿਉਰਿਟੀ ਕਟੌਤੀ ਜਾਂ ਸਿਕਿਉਰਿਟੀ ਵਾਪਸ ਲੈਣ ਦੀ ਜੋ ਜਾਣਕਾਰੀ ਹੈ ਉਹ ਜਨਤਕ ਕਰਨ ਦਾ ਪੂਰਾ ਮਾਮਲਾ ਹਾਈ ਕੋਰਟ ਪਹੁੰਚ ਚੁੱਕਿਆ ਹੈ। ਉਮੇਸ਼ ਦਾ ਰੁਖ ਕਰਦੇ ਹਾਂ। ਉਮੇਸ਼, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਅਕਾਲੀ ਆਗੂ ਜਿਹੜੀ ਪਟੀਸ਼ਨ ਲੈ ਕੇ ਪਹੁੰਚੇ ਨੇ, ਕੀ ਕੁਝ ਉਸ ਦੇ ਵਿੱਚ ਪਟੀਸ਼ਨ 'ਚ ਕਿਹਾ ਗਿਆ ਔਰ ਕੀ ਕੁਝ ਅਦਾਲਤ 'ਚ ਹੋਇਆ। देखो ਜਿਹੜੇ ਸਿਕਿਉਰਿਟੀ ਜਦੋਂ ਤੋਂ ਵਾਪਸ ਹੋਈ ਕਈ ਲੀਡਰਾਂ ਨੇ ਹਾਈ ਕੋਰਟ ਦਾ ਰੁਖ ਕੀਤਾ, ਉਹਦੇ ਵਿੱਚ ਅਕਾਲੀ ਲੀਡਰ ਵੀ ਸੀਗੇ ਲਪੋਕੇ ਔਰ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਅੱਜ 2 ਗਾਰਡ ਵਾਪਸ ਆਰਡਰ ਕਰਤਾ ਵੀ 2 ਗਾਰਡ ਐਡ ਕੀਤੇ ਜਾਣ। ਔਰ ਇਹਦੇ ਵਿੱਚ ਹਾਈ ਕੋਰਟ ਨੇ ਵੀ ਪੁੱਛਿਆ ਕਿ ਇਹ ਜਿਹੜੀ ਸਿਕਿਉਰਿਟੀ ਲੀਕ ਹੈ, ਡਾਕੂਮੈਂਟ ਲੀਕ ਹੈ, ਇਹ ਕਿਉਂ ਹੋਇਆ, ਕਿਸ ਸਟੇਜ ਤੇ ਹੋਇਆ, ਕਿਆ ਸਿਕਿਉਰਿਟੀ ਕਿਸ ਹਿਸਾਬ ਨਾਲ ਤੁਸੀਂ ਰਿਵਿਊ ਕੀਤੀ ਹੈ। ਇਹ ਸਾਰਾ ਜਵਾਬ ਪੰਜਾਬ ਸਰਕਾਰ ਤੋਂ ਮੰਗਿਆ। 2 ਤਰੀਕ ਨੂੰ ਜਿਹੜੀ ਅਗਲੀ ਹੁਣ ਆਉਣ ਵਾਲੀ ਹੈ 2 ਤਰੀਕ ਨੂੰ ਸੁਣਵਾਈ ਦਿੱਤੀ ਔਰ ਐਡਵੋਕੇਟ ਨੇ ਜਿਹੜੇ ਪ੍ਰਤੀਕ ਸੋਂਦੀ ਗਗਨ ਜੰਮੂ ਉਹਨਾਂ ਵੱਲੋਂ ਪਟੀਸ਼ਨ ਫਾਈਲ ਕੀਤੀ ਗਈ ਹੈ ਲਪੋਕੇ ਦੀ। ਔਰ ਪੂਰਵ ਡਿਪਟੀ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਵੀ ਉਹਨਾਂ ਦੀ ਵੀ ਪਟੀਸ਼ਨ ਆਈ ਹੈ ਸਿਕਿਉਰਿਟੀ ਨੂੰ ਲੈ ਕੇ ਹੀ। ਉਹਦੇ ਤੇ ਹਾਲਾਂਕਿ ਸਿੰਪਲ ਨੋਟਿਸ ਹੋਇਆ, ਉਹ ਵੀ ਹੋਏਗੀ। ਇਸ ਤੋਂ ਪਹਿਲਾਂ ਪਰਮਿੰਦਰ ਪਿੰਕੀ ਜਿਹੜੇ ਕਾਂਗਰਸ ਦੇ ਸਾਬਕਾ ਐਮਐਲਏ ਨੇ ਉਹ ਵੀ ਸਿਕਿਉਰਿਟੀ ਉਹਨਾਂ ਦੀ ਘਟਾਈ ਗਈ, ਉਹ ਵੀ ਹਾਈ ਕੋਰਟ ਪਹਿਲਾਂ ਪਹੁੰਚੇ ਸੀ। ਤਾਂ ਕੁੱਲ ਮਿਲਾ ਕੇ ਕਾਫੀ ਜਿਹੜੀ ਪਟੀਸ਼ਨਾਂ ਨੇ ਗੌਰਵ ਹਾਈ ਕੋਰਟ ਵਿੱਚ ਆ ਰਹੀਆਂ ਨੇ। ਔਰ ਹੁਣ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਜਿਹੜੀ ਇਹ ਸਿਕਿਉਰਿਟੀ ਡਾਕੂਮੈਂਟ ਹੈ, ਕਿਉਂਕਿ ਜਿਹੜਾ ਗੌਰਵ ਇਹਦੇ ਵਿੱਚ ਇੱਕ ਹੋਰ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਜਿਹੜੇ ਸਿਕਿਉਰਿਟੀ ਦਾ ਇਸ਼ੂ ਹੁੰਦਾ ਹੈ ਇਹ ਆਰਟੀਆਈ ਵਿੱਚ ਵੀ ਨਹੀਂ ਆਉਂਦਾ, ਯਾਨੀ ਕਿ ਤੁਸੀਂ ਲੀਕ ਨਹੀਂ ਕਰ ਸਕਦੇ। ਜੇ ਕਿਸੇ ਦੀ ਸਿਕਿਉਰਿਟੀ ਤੁਸੀਂ ਡਾਊਨ ਵੀ ਕਰਦੇ ਹੋ ਉਹ ਵੀ ਨਹੀਂ ਤੁਸੀਂ ਦੱਸ ਸਕਦੇ। ਇਦਾਂ ਦੇ ਜਾਣਕਾਰ ਸਾਰੇ ਕਾਨੂੰਨ ਦੇ ਜਾਣਕਾਰ ਜਿਹੜੇ ਹੈ ਉਹ ਕਹਿ ਰਹੇ ਨੇ। ਤਾਂ ਹਾਈ ਕੋਰਟ ਨੇ ਇਹ ਪੁੱਛਿਆ ਕਿ ਕਿਸ ਹਿਸਾਬ ਨਾਲ ਇਹ ਡਾਕੂਮੈਂਟ ਕਿਸ ਪੱਧਰ ਤੇ ਲੀਕ ਹੋਇਆ ਤੇ ਸਿਕਿਉਰਿਟੀ ਨੂੰ ਲੈ ਕੇ ਕਿਸ ਹਿਸਾਬ ਨਾਲ ਤੁਸੀਂ ਘਟਾ ਰਹੇ ਹੋ। ਇਹ ਹੁਣ 2 ਤਰੀਕ ਨੂੰ ਜਵਾਬ ਦੇਣਾ ਹੋਏਗਾ ਜੀ। ਤਾਂ 2 ਤਰੀਕ ਨੂੰ ਜਵਾਬ ਦੇਣਾ ਹੋਏਗਾ। ਤਾਂ ਸਿਕਿਉਰਿਟੀ ਦੇ ਉੱਤੇ ਇਸ ਸਮੇਂ ਸਿਆਸੀ ਸੰਗਰਾਮ ਪੰਜਾਬ ਦੇ ਵਿੱਚ ਜ਼ਰੂਰ ਨਜ਼ਰ ਆ ਰਿਹਾ ਹੈ ਕਿਉਂਕਿ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਗਈ ਤੇ ਕੁਝ ਆਗੂਆਂ ਦੀ ਸਿਕਿਉਰਿਟੀ ਟੋਟਲੀ ਕੰਪਲੀਟਲੀ ਖਤਮ ਕਰ ਦਿੱਤੀ ਗਈ, ਵਾਪਸ ਲੈ ਲਈ ਗਈ। ਤਾਂ ਉਸ ਦੇ ਉੱਤੇ ਬਹੁਤ ਸਾਰੇ ਆਗੂ ਜਿਹੜੇ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਤੇ ਇਸ ਵਿਚਾਲੇ ਹੁਣ ਸਵਾਲ ਕੀ ਹੈ। 2 ਚੀਜ਼ਾਂ ਜ਼ਰੂਰ ਨੇ ਕਿ ਇੱਕ ਰਿਵਿਊ ਕਿਸ ਦੇ ਵੱਲੋਂ ਕੀਤੀ ਗਈ ਜਿਹੜੀ ਸਿਕਿਉਰਿਟੀ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ, ਤੇ ਦੂਜਾ ਕਿ ਜੇ ਇਹ ਸਿਕਿਉਰਿਟੀ 'ਚ ਕਟੌਤੀ ਕੀਤੀ ਗਈ ਸੀ ਤਾਂ ਉਸ ਨੂੰ ਜਨਤਕ ਕਿਉਂ ਕੀਤਾ ਗਿਆ ਤੇ ਕਿਸ ਦੇ ਵੱਲੋਂ ਇਹ ਜਨਤਕ ਕਰ ਦਿੱਤਾ ਗਿਆ ਕਿ ਮੀਡੀਆ ਦੇ ਵਿੱਚ ਖਬਰਾਂ ਆ ਗਈਆਂ, ਸੋਸ਼ਲ ਸਾਈਟਸ ਦੇ ਉੱਤੇ ਅਖਬਾਰਾਂ ਦੇ ਵਿੱਚ ਖਬਰਾਂ ਆ ਗਈਆਂ ਕਿ ਆਖਿਰ ਕਿਸ ਦੀ ਕਟੌਤੀ ਸਿਕਿਉਰਿਟੀ ਦੇ ਵਿੱਚ ਕੀਤੀ ਗਈ ਹੈ। तो बिल्कुल लगातार जी अपडेट है वो आ रही है, खास तौर पर जेकर कोर्ट के वालों गल की जाए तो सवाल किया गया है और हुण नज़र जी है लगातार परिवार दे विच यानी कि घर से भी बड़ी हुई है, उत्थे बहुत वड्डी तादाद लोगों की पहुंच रही है, उन्होंने पहुंचाने वाले की पहुंच रही है। खास तौर पर जेकर इस वेले की गल की जाए तो अजे तक पोस्टमार्टम करने नूं लैके परिवार ने सहमति नहीं प्रगटाई है।
ਤਾਂ ਇਸ ਸਭ ਦੇ ਵਿਚਾਲੇ ਕੁਝ ਹੋਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਸ ਢਾਬੇ ਦੀਆਂ ਜਿੱਥੇ ਸ਼ੱਕੀ ਦੱਸੇ ਜਾ ਰਹੇ ਨੇ ਕਿ 7 ਬੈਠ ਕੇ ਖਾਣਾ ਖਾ ਰਹੇ ਸੀ ਸਵੇਰੇ 10:21 ਦੇ ਉੱਤੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਗੱਡੀਆਂ ਦਾ ਬਹੁਤ ਜ਼ਿਕਰ ਹੋ ਰਿਹਾ ਹੈ ਤਾਂ ਢਾਬੇ ਦੇ ਉੱਤੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਕਿ ਇਹ ਲੋਕ ਪੈਦਲ ਆਏ ਸੀ। ਇਹ ਲੋਕ ਪੈਦਲ ਆਏ ਸਨ ਆਪਣੀਆਂ ਗੱਡੀਆਂ ਕਿਤੇ ਦੂਰ ਖੜੀਆਂ ਕਰਕੇ। ਚਰਨਜੀਤ ਕੌਸ਼ਲ ਸਾਨੂੰ ਨਜ਼ਰ ਆ ਰਹੇ ਨੇ ਉਸ ਢਾਬੇ ਦੇ ਉੱਤੇ ਜਿਸ ਢਾਬੇ ਦੇ ਉੱਤੇ ਕਿਹਾ ਜਾ ਰਿਹਾ ਕਿ ਸ਼ੱਕੀਆਂ ਦੇ ਵੱਲੋਂ ਖਾਣਾ ਖਾਇਆ ਗਿਆ ਹੈ। ਚਰਨਜੀਤ ਦੱਸੋ ਕੀ ਕੁਝ ਇਨਫੋਰਮੇਸ਼ਨ ਹੈ ਤੁਹਾਡੇ ਕੋਲ? ਇਸ ਢਾਬੇ ਦੇ ਉੱਤੇ ਸ਼ੱਕੀ ਪਹੁੰਚੇ ਸੀ ਕਦੋਂ, ਕਿੰਨੇ ਵਜੇ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? बिल्कुल गौरव तुहानू पूरी जानकारी दिंदे आ कि ये संगरूर बरनाला रोड आ ते इधर मानसा ते इहदे उपर ये जिहड़ा एक पुराना ते मशहूर ढाबा मनसुख ढाबा जिहड़े ढाबे दी जिहड़ी वीडियो आ वायरल कीती जा रही है कि एक सीसीटीवी फुटेज जिहड़ी अपने को आ रही है इस ढाबे दी तुहानू तस्वीरां दिखाउने आ कि सामने इस एसी फैमिली हॉल दे विच जिहड़े शक्की व्यक्ति सी उन्हां दे वल्लों बैठ के खाना खाधा गया। ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪਹਿਲਾਂ ਮੈਂ ਦਿਖਾਉਂਗਾ ਕਿ ਜਿਹੜਾ ਕੈਮਰਾ ਦਿਖਾਇਆ ਜਾਵੇ। ਇਸ ਕੈਮਰੇ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਜਿਹੜੀ ਸਾਹਮਣੇ ਆ ਰਹੀ ਆ ਤੇ ਇਸ ਦੇ ਸਾਹਮਣੇ ਇਸ ਜਗ੍ਹਾ ਦੇ ਉੱਪਰ ਜਿਹੜੇ ਉਹ ਟੇਬਲ ਲੱਗੇ ਹੋਏ ਸੀ ਤੇ ਤਕਰੀਬਨ 7 ਸ਼ੱਕੀ ਵਿਅਕਤੀ ਜਿਹੜੇ ਇਸ ਜਗ੍ਹਾ ਦੇ ਉੱਪਰ ਬਹਿ ਕੇ ਖਾਣਾ ਖਾ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਤਕਰੀਬਨ ਕੱਲ 10:21 ਦਾ ਸਮਾਂ ਸੀ ਜਿਸ ਸਮੇਂ ਜਿਹੜੇ ਉਹ ਸ਼ੱਕੀ ਵਿਅਕਤੀ ਸੀ ਇਸ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਖਾ ਰਹੇ ਸੀ। ਤੇ ਅਗਰ ਆਪਾਂ ਗੱਲ ਕਰੀਏ ਤਾਂ ਹੋ ਸਕਦਾ ਅਗਰ ਸ਼ੱਕ ਹੈ ਤਾਂ ਉਹ ਕੁਝ ਪਲਾਨਿੰਗ ਵੀ ਕਰਦੇ ਹੋਣ, ਪਰ ਇਹ ਹੁਣ ਇੱਕ ਸਵਾਲ ਨੇ ਕਿ ਪੁਲਿਸ ਜਾਂਚ ਦਾ ਵਿਸ਼ਾ ਕਿ ਹਾਂ ਉਹਨਾਂ ਦੇ ਵੱਲੋਂ ਹੀ ਜਿਹੜਾ ਸਾਰਾ ਹਮਲਾ ਵਗੈਰਾ ਕੀਤਾ ਗਿਆ। ਪਰ ਸੀਸੀਟੀਵੀ ਵੀਡੀਓ ਆ ਰਹੀ ਹੈ ਤੇ 7 ਸ਼ੱਕੀ ਵਿਅਕਤੀ ਇਸ ਜਗ੍ਹਾ ਦੇ ਉੱਪਰ ਬਹਿ ਕੇ ਖਾਣਾ ਖਾ ਰਹੇ ਸੀ। ਕੱਲ ਸਵੇਰੇ 10:21 ਦਾ ਸਮਾਂ ਸੀ ਜੀ। ਬਿਲਕੁਲ, ਸੋ ਇਹ ਵੀ ਚਰਨਜੀਤ ਸਵਾਲ ਹੈ ਜਿਸ ਤਰ੍ਹਾਂ ਦੇ ਨਾਲ ਜਾਣਕਾਰੀ ਆ ਰਹੀ ਹੈ ਕਿ ਦੂਰ ਉਹਨਾਂ ਨੇ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ ਸੀ ਕਿ ਇਸ ਦੇ ਬਾਬਤ ਤੁਹਾਡੇ ਕੋਲ ਹੈ ਜਾਣਕਾਰੀ ਕਿ ਕਿੱਥੇ ਉਹਨਾਂ ਨੇ ਔਰ ਕਿੰਨੀ ਕੁ ਮੀਟਰ ਜਾਂ ਕਿਲੋਮੀਟਰ ਦੀ ਦੂਰੀ ਤੇ ਗੱਡੀਆਂ ਖੜੀਆਂ ਕੀਤੀਆਂ ਸੀ ਔਰ ਜੇਕਰ ਅਜਿਹਾ ਹੈ ਤਾਂ ਉਸਦੇ ਕੁਝ ਕਲੂ ਸਾਹਮਣੇ ਆਏ ਨੇ ਹੁਣ ਤੱਕ? ਦੇਖੋ ਅਸੀਂ ਢਾਬਾ ਮਾਲਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਜ਼ਦੀਕੀ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਥੋੜਾ ਜ਼ਿਆਦਾ ਹੋਣ ਦੇ ਕਾਰਨ ਕੋਈ ਸਾਹਮਣੇ ਕੈਮਰੇ ਦੇ ਬੋਲ ਨਹੀਂ ਰਿਹਾ। ਪਰ ਜਿੱਥੇ ਕਿ ਸਾਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਿਆ ਕਿ ਜਿਹੜੀਆਂ ਗੱਡੀਆਂ ਨੇ ਉਹ ਇਸ ਢਾਬੇ ਦੇ ਸਾਹਮਣੇ ਹੀ ਖੜੀਆਂ ਕੀਤੀਆਂ ਗਈਆਂ ਸੀ। ਸਾਡੇ ਕੋਲ ਕੋਈ ਪੁਖਤਾ ਸਬੂਤ ਤਾਂ ਇਸ ਚੀਜ਼ ਦੇ ਹੈ ਨਹੀਂ, ਪਰ ਸਥਾਨਕ ਲੋਕਾਂ ਦੀ ਜ਼ੁਬਾਨੀ ਗੱਡੀਆਂ ਸੜਕ ਪਾਰ ਸਾਹਮਣੇ ਖੜੀਆਂ ਕੀਤੀਆਂ ਗਈਆਂ ਸੀ ਜੋ ਸਥਾਨਕ ਲੋਕ ਕਹਿ ਰਹੇ ਨੇ। ਕਿਉਂਕਿ ਜਿਹੜੇ ਸ਼ੱਕੀ ਵਿਅਕਤੀ ਨੇ ਤਕਰੀਬਨ ਸਵੇਰੇ 10:21 ਦੇ ਉੱਪਰ ਉੱਥੇ ਆਉਂਦੇ ਨੇ ਤੇ ਸਥਾਨਕ ਲੋਕਾਂ ਦੇ ਕਹਿਣ ਮੁਤਾਬਕ ਸਾਹਮਣੇ ਸੜਕ ਪਾਰ ਕਰਕੇ ਉਹਨਾਂ ਨੇ ਗੱਡੀਆਂ ਖੜੀਆਂ ਕਰੀਆਂ ਸੀ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਖਾਦਾ ਜਾਂ ਹੋਰ ਜਿਹੜੀ ਉਹਨਾਂ ਨੇ ਗੱਲਬਾਤ ਆਪਣੀ ਕੀਤੀ। ਪਰ ਪੁਲਿਸ ਪ੍ਰਸ਼ਾਸਨ ਦੇ ਡਰ ਤੋਂ ਕਹਿ ਦਈਏ ਜਾਂ ਵੈਸੇ ਆਪਾਂ ਕਹਿ ਦਈਏ ਇਹ ਜਿਹੜੇ ਢਾਬੇ ਦੇ ਮਾਲਕ ਨੇ ਬਿਲਕੁਲ ਵੀ ਕੈਮਰੇ ਅੱਗੇ ਬੋਲਣ ਤੋਂ ਮਨਾ ਕਰ ਰਹੇ ਨੇ। ਠੀਕ ਹੈ, ਦੋ ਚੀਜ਼ਾਂ ਨੇ। ਇੱਕ ਤਾਂ ਇਸ ਢਾਬੇ ਦੇ ਮਨਸੁਖ ਢਾਬੇ ਦੇ ਰੋਡ ਦੇ ਦੂਸਰੇ ਵਾਲੇ ਪਾਸੇ ਇੱਕ ਹੋਰ ਢਾਬਾ ਹੈ, ਉੱਥੋਂ ਟਰਾਈ ਕਰਿਓ ਜੇ ਸੀਸੀਟੀਵੀ ਫੁਟੇਜ ਤੁਹਾਨੂੰ ਮਿਲ ਸਕੇ। ਦੂਜਾ ਪੁਆਇੰਟ, ਕਿਉਂਕਿ ਤੁਸੀਂ ਮੌਕੇ ਵਾਰਦਾਤ ਦੇ ਉੱਤੇ ਜਾ ਕੇ ਆਏ ਹੋ, ਸਮਝਾਓ ਸਾਡੇ ਦਰਸ਼ਕਾਂ ਨੂੰ ਕਿ ਕਿਹੜੇ ਵਾਲੇ ਪਾਸੇ ਮੂਸਾ ਪਿੰਡ ਹੈ, ਕਿਹੜੇ ਵਾਲੇ ਪਾਸੇ ਉਹ ਵਾਰਦਾਤ ਵਾਲੀ ਥਾਂ ਹੈ, ਇੱਥੋਂ ਕਿੰਨੀ ਦੂਰ ਹੈ ਔਰ ਮੂਸੇ ਪਿੰਡ ਦੇ ਵਿੱਚ ਜਿਹੜਾ ਜ਼ਿਕਰ ਹੋ ਰਿਹਾ ਜਵਾਹਰ ਕੇ ਪਿੰਡ ਜਾਂ ਮੂਸੇ ਪਿੰਡ, ਇੱਥੋਂ ਉਸਦੀ ਲੋਕੇਸ਼ਨ ਕਿੰਨੀ ਦੂਰ ਹੈ? ਬਿਲਕੁਲ ਗੌਰਵ, ਤੁਹਾਨੂੰ ਮੈਂ ਪੂਰੀ ਜਾਣਕਾਰੀ ਦਊਂਗਾ। ਅਗਰ ਇਸ ਸਾਈਡ ਦੀ ਗੱਲ ਕਰੀ ਤਾਂ ਜਦੋਂ ਆਪਾਂ ਪਟਿਆਲਾ ਸਾਈਡ ਤੋਂ ਜਾਂ ਸੰਗਰੂਰ ਸਾਈਡ ਤੋਂ ਆਉਂਦੇ ਆ ਤਾਂ ਇਹ ਢਾਬਾ ਤੇ ਤਸਵੀਰਾਂ ਤੁਹਾਨੂੰ ਮੈਂ ਇਸ ਸਾਈਡ ਦੀਆਂ ਦਿਖਾਊਂਗਾ। ਥੋੜਾ ਬੋਰਡ ਦੂਰ ਲੱਗਿਆ ਹੋਇਆ ਪਰ ਇਸ ਸਾਈਡ ਇੱਥੇ ਇੱਕ ਚੌਂਕ ਪੈ ਜਾਂਦਾ ਜਿਹਨੂੰ ਮਾਨਸਾ ਕੈਂਚੀਆਂ ਕਿਹਾ ਜਾਂਦਾ। ਤਕਰੀਬਨ ਸਿਰਫ ਇੱਥੋਂ 100 ਤੋਂ 125 ਮੀਟਰ ਦੂਰੀ ਦੇ ਉੱਪਰ ਮਾਨਸਾ ਕੈਂਚੀਆਂ ਨੇ ਚੌਂਕ ਪੈਂਦਾ ਤਾਂ ਉਹ ਚੌਂਕ ਤੋਂ ਖੱਬੇ ਪਾਸੇ ਨੂੰ ਆਪਾਂ ਮਾਨਸਾ ਨੂੰ ਮੁੜਦੇ ਆ। ਪਹਿਲਾਂ ਮਾਨਸਾ ਸ਼ਹਿਰ ਆਉਂਦਾ ਤੇ ਮਾਨਸਾ ਸ਼ਹਿਰ ਕ੍ਰਾਸ ਕਰਕੇ ਅੱਗੇ ਸੱਜੇ ਪਾਸੇ ਦਾ ਜਿਹੜਾ ਰਸਤਾ ਜਾਂਦਾ ਮੂਸਾ ਪਿੰਡ ਨੂੰ ਜਾਂਦਾ ਤੇ ਜਿੱਥੇ ਇਹ ਸਾਰੀ ਘਟਨਾ ਵਾਪਰਦੀ ਹੈ ਖੱਬੇ ਪਾਸੇ ਰਸਤਾ ਬੁਢਲਾਡਾ ਰੋਡ ਨੂੰ ਜਾਂਦਾ। ਬੁਢਲਾਡਾ ਰੋਡ ਦੇ ਉੱਪਰ ਸਭ ਤੋਂ ਪਹਿਲਾ ਪਿੰਡ ਆਉਂਦਾ ਜਵਾਰ ਕੇ। ਅਗਰ ਆਪਾਂ ਦੂਰੀ ਦੀ ਗੱਲ ਕਰੀਏ ਤਾਂ ਤਕਰੀਬਨ ਇਸ ਜਗ੍ਹਾ ਤੋਂ 8 ਤੋਂ ਲੈ ਕੇ 10 ਕਿਲੋਮੀਟਰ ਤੱਕ ਜਿਹੜੀ ਦੂਰੀ ਹੈ ਉਹ ਜਵਾਰ ਕੇ ਦੀ ਆਪਾਂ ਘੱਟੋ ਘੱਟ ਕਹਿ ਸਕਦੇ ਹਾਂ। ਮੇਰਾ ਅੰਦਾਜ਼ਾ 8 ਤੋਂ 10-12 ਕਿਲੋਮੀਟਰ ਜਿਹੜੀ ਜਵਾਰਕੇ ਦੀ ਦੂਰੀ ਆ ਇਸ ਜਗ੍ਹਾ ਤੋਂ ਪੈਂਦੀ ਆ
ਕਿਉਂਕਿ ਸਿੱਧੂ ਮੂਸੇਵਾਲਾ ਪਹਿਲਾਂ ਆਪਣੇ ਪਿੰਡ ਮੂਸਾ ਤੋਂ ਆਉਂਦੇ ਨੇ ਤੇ ਉਹ ਮਾਨਸਾ ਨਹੀਂ ਆਉਂਦੇ, ਸਿੱਧਾ ਤੋਂ ਸਿੱਧਾ ਜਿਹੜਾ ਬੁਢਲਾਡਾ ਰੋਡ ਪਿੰਡ ਜਵਾਰਕੇ ਵੱਲ ਜਾਂਦੇ ਨੇ ਤੇ ਬਿਲਕੁਲ ਉਸੇ ਜਗ੍ਹਾ ਤੋਂ ਉਹਨਾਂ ਨੂੰ ਟਰੈਕ ਕਰਕੇ ਉਹਨਾਂ ਦਾ ਪਿੱਛਾ ਕਰਕੇ ਜਿਹੜਾ ਹਮਲਾ ਕੀਤਾ ਜਾਂਦਾ। ਜੀ ਗੌਰਵ, ठीक है, तो जो ਅਸੀਂ समझ पा रहे हैं कि ਜਿਹੜੀ ਮਾਨਸਾ ਨਾ ਤੋਂ ਰੋਡ ਮੁੜ ਰਹੀ ਹੈ ਕੈਂਚੀਆ ਮੋੜ ਤੋਂ ਖੱਬੇ ਵਾਲੇ ਪਾਸੇ, ਉਹਦੇ ਸੱਜੇ ਪਾਸੇ ਹੈਗਾ ਪਿੰਡ ਮੂਸਾ ਸਿੱਧੂ ਮੂਸੇਵਾਲੇ ਦਾ ਪਿੰਡ, ਔਰ ਖੱਬੇ ਪਾਸੇ ਹੈਗਾ ਜਵਾਰਕੇ। यानी सिद्धू मूसेवाला ਉੱਥੋਂ ਨਿਕਲੇ ਨੇ ਤੇ ਉਹ ਰੋਡ ਕ੍ਰਾਸ ਕਰਕੇ ਬਿਲਕੁਲ ਮਾਨਸਾ ਕ੍ਰਾਸ ਕਰਨ ਤੋਂ ਬਾਅਦ ਇਹ ਜਿਹੜੇ ਦੋ ਪਿੰਡ ਨੇ ਆਉਂਦੇ ਨੇ। ਜੀ ਠੀਕ ਹੈ, ਔਰ ਦੂਜਾ ਇਹ ਵੀ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ 8 ਤੋਂ 10 ਕਿਲੋਮੀਟਰ ਕਹਿ ਰਹੇ ਹੋ, ਚਲੋ 12 ਕਿਲੋਮੀਟਰ ਹੋਏਗਾ। 12 ਕਿਲੋਮੀਟਰ ਦਾ ਮਤਲਬ ਹੈ ਕਿ ਜੇ ਪਿੰਡਾਂ ਵਾਲਾ ਰਾਹ ਵੀ ਹੋਵੇ ਤਾਂ ਹਾਰਡਲੀ ਇੱਥੋਂ 15 ਤੋਂ 18 ਮਿੰਟ ਲੱਗਣਗੇ ਉੱਥੇ ਪਹੁੰਚਣ ਦੇ ਲਈ। ਪਰ ਜਿਹੜੀ ਸੀਸੀਟੀਵੀ ਫੁਟੇਜ ਆ ਰਹੀ ਹੈ ਚਰਨਜੀਵ ਇਸ ਢਾਬੇ ਦੀ, ਉਹ ਸਵੇਰੇ 10:15 ਵਜੇ ਦੀ ਹੈ, 10:21 ਦੀ ਹੈ। ਤਾਂ ਇਹ ਸਮਝਿਆ ਜਾਵੇ ਕਿ ਉਹ ਜਿਹੜੇ ਬਦਮਾਸ਼ ਸੀ, ਜਿਹੜੇ ਗੈਂਗਸਟਰ ਸੀ, ਉਹ ਸਵੇਰ ਤੋਂ ਇਸ ਪੂਰੇ ਇਲਾਕੇ ਦੇ ਵਿੱਚ ਸੀ ਔਰ ਲਗਾਤਾਰ ਰੇਕੀ ਹੋ ਰਹੀ ਸੀ। ਔਰ ਦੂਜਾ ਇਹ ਵੀ ਸਮਝਿਆ ਜਾਵੇ ਕਿ ਉਹ ਇਸ ਇਲਾਕੇ ਦੀ ਕੱਲੀ ਗਲੀ ਤੋਂ ਵਾਕਿਫ ਨੇ, ਹਰ ਇੱਕ ਸੜਕ ਤੋਂ ਵਾਕਿਫ ਸੀ। ਬਿਲਕੁਲ ਇਹ ਅੰਦਾਜ਼ੇ ਸਾਫ਼ ਲਗਾਏ ਜਾਂਦੇ ਨੇ ਕਿਉਂਕਿ ਸਵੇਰ ਦਾ ਵਕਤ 10:21 ਤੇ ਹਾਦਸਾ ਤਕਰੀਬਨ ਸ਼ਾਮ 5 ਵਜੇ ਹੁੰਦਾ ਤਾਂ ਇੰਨਾ ਲੰਬਾ ਸਮਾਂ ਉਹ ਰੇਕੀ ਦਾ ਸਮਾਂ ਕਹਿ ਸਕਦੇ ਆ। ਕਿਉਂਕਿ ਅਗਰ ਗੱਲ ਕਰੀਏ ਤਾਂ ਮਾਨਸਾ ਸ਼ਹਿਰ ਤੋਂ ਪਹਿਲਾਂ ਮੌਜੂਦ ਆ ਇਸ ਵਕਤ ਜਿਹੜਾ ਢਾਬਾ ਇਹ, ਤਾਂ ਮਾਨਸਾ ਸ਼ਹਿਰ ਤੋਂ ਪਹਿਲਾਂ ਤਾਂ ਇਸ ਕੈਂਚੀਆਂ ਤੋਂ ਬਾਅਦ ਜਦੋਂ ਆਪਾਂ ਮਾਨਸਾ ਜਾਂਦੇ ਆ ਤਾਂ ਮਾਨਸਾ ਤੋਂ ਬਾਅਦ ਕ੍ਰਾਸ ਕਰਕੇ ਮਾਨਸਾ ਸ਼ਹਿਰ ਨੂੰ ਫਿਰ ਅੱਗੇ ਜਾ ਕੇ ਮੂਸੇ ਦਾ ਰਸਤਾ ਤੇ ਉਹਦੇ ਸਾਹਮਣੇ ਅੱਗੇ ਜਾ ਕੇ ਜਿਹੜਾ ਜਵਾਰਕੇ ਪਿੰਡ ਆ ਉਹਦਾ ਰਸਤਾ। ਤਾਂ ਇਸ ਪੂਰੇ ਇਲਾਕੇ ਦੇ ਵਿੱਚ ਹੀ ਰਹੇ ਨੇ ਜਿਹੜੇ ਹਮਲਾਵਰ ਆਪਾਂ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਪੂਰੀ ਪਲਾਨਿੰਗ ਕੀਤੀ ਹੈ। ਜੇ ਕੈਂਚੀਆ ਚੱਲਦੇ ਜੇ ਕੋਸ਼ਿਸ਼ ਕਰੋ ਕੈਂਚੀਆ ਮੋੜ ਤੱਕ ਬਿਲਕੁਲ ਆਪਾਂ ਚੱਲਦੇ ਆ, ਆਪਾਂ ਤੁਹਾਨੂੰ ਦਿਖਾਉਂਦੇ ਆ, ਹੋਰ ਸਮਝਣ ਦੀ ਕੋਸ਼ਿਸ਼ ਹੋਏਗੀ। ਬਿਲਕੁਲ ਮੈਂ ਜਾਣਦਾ ਵੀ ਆ ਤੇ ਤੁਹਾਨੂੰ ਬਿਲਕੁਲ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਵੀ ਦਿੰਦਾ ਰਹੂੰਗਾ ਗੌਰਵ, ਕਿਉਂਕਿ ਇਹ ਸੜਕ ਆ ਤੇ ਇਸ ਸੜਕ ਦੇ ਉੱਪਰ ਤੁਹਾਨੂੰ ਇੱਥੋਂ ਹੀ ਤਸਵੀਰਾਂ ਦੇਖਣ ਲੱਗ ਜਾਣਗੀਆਂ। ਜਿਹੜਾ ਵੱਡਾ ਬੋਰਡ ਤੁਹਾਨੂੰ ਇੱਥੋਂ ਹੀ ਦੇਖਣ ਲੱਗ ਜਾਏਗਾ ਕਿ ਸਾਹਮਣੇ ਇੱਥੋਂ ਬਿਲਕੁਲ ਕਰੈਕਟ 100 ਮੀਟਰ ਦੂਰ ਦੇ ਉੱਪਰ ਕੈਂਚੀਆਂ ਨੇ। ਆਪਾਂ ਤੁਹਾਨੂੰ ਕੈਂਚੀਆਂ 'ਚ ਲੈ ਕੇ ਚੱਲਦੇ ਆ ਤੇ ਤੁਹਾਨੂੰ ਪੂਰੀ ਜਾਣਕਾਰੀ ਵੀ ਦਿੰਨੇ ਆ ਕਿ ਇਸ ਜਗ੍ਹਾ ਤੋਂ ਜਦੋਂ ਆਪਾਂ ਖੱਬੇ ਪਾਸੇ ਮੁੜਦੇ ਆ, ਜਿਹੜਾ ਸਾਹਮਣੇ ਚੌਂਕ ਆ ਉਸ ਤੋਂ ਖੱਬੇ ਪਾਸੇ ਮੁੜਦੇ ਆ ਤਾਂ ਅੱਗੇ ਮਾਨਸਾ ਸ਼ਹਿਰ ਆਉਂਦਾ। ਇਹ ਬੋਰਡ ਤੋਂ ਤੁਹਾਨੂੰ ਪਹਿਲਾਂ ਉੱਥੋਂ ਕੈਂਚੀਆਂ ਤੋਂ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਬੋਰਡ ਤੋਂ ਵੀ ਜਾਣਕਾਰੀ ਮਿਲ ਜੇਗੀ ਕਿ ਸੱਜੇ ਪਾਸੇ ਬਰਨਾਲਾ, ਸਿੱਧਾ ਬਠਿੰਡਾ ਤੇ ਖੱਬੇ ਪਾਸੇ ਜਿਹੜਾ ਮਾਨਸਾ ਸ਼ਹਿਰ ਆ। ਤੇ ਮਾਨਸਾ ਸ਼ਹਿਰ ਨੂੰ ਕ੍ਰਾਸ ਕਰਕੇ ਜਿਹੜਾ ਉਹ ਪਿੰਡ ਆ, ਚਾਹੇ ਆਪਾਂ ਮੂਸੇ ਪਿੰਡ ਦੀ ਗੱਲ ਕਰੀਏ, ਚਾਹੇ ਜਵਾਰਕਾ ਜਿਹੜਾ ਪਿੰਡ ਆ ਉਹਦੀ ਗੱਲ ਕਰੀਏ, ਤਾਂ ਬਿਲਕੁਲ ਇਸ ਜਗ੍ਹਾ ਤੋਂ ਦੋਨੇ ਪਾਸੇ ਆ। ਸਾਹਮਣੇ ਗੌਰਵ ਤੁਹਾਨੂੰ ਦਿਖ ਰਹੇ ਨੇ, ਸਾਹਮਣੇ ਉਹ ਕੈਂਚੀਆਂ ਨੇ, ਸਾਹਮਣੇ ਚੌਂਕ ਆ ਉਹ ਚੌਂਕ ਤੋਂ ਇਸ ਸਾਈਡ ਖੱਬੇ ਪਾਸੇ ਆਪਾਂ ਮੁੜਦੇ ਆ ਤਾਂ ਮਾਨਸਾ ਆਉਂਦਾ। ਮਾਨਸਾ ਕ੍ਰਾਸ ਕਰਕੇ ਇਸ ਪੂਰੇ ਇਲਾਕੇ ਦੀ, ਜਿਵੇਂ ਆਪਾਂ ਪਹਿਲਾਂ ਗੱਲਬਾਤ ਕਰੀਏ ਤਾਂ ਇਸ ਪੂਰੇ ਇਲਾਕੇ ਦੇ ਵਿੱਚ ਜਿਹੜੇ ਹਮਲਾਵਰ ਸੀ ਘੁੰਮਦੇ ਰਹੇ, ਜਾਂਚ ਕਰਦੇ ਰਹੇ, ਰੇਕੀ ਕਰਦੇ ਰਹੇ ਕਿ ਕਿਹੜਾ ਸਹੀ ਵਕਤ ਤੇ ਕਿਹੜਾ ਸਹੀ ਸਮਾਂ ਹੋਵੇਗਾ ਜਦੋਂ ਉਹਨਾਂ ਵੱਲੋਂ ਹਮਲਾ ਕੀਤਾ ਜਾਵੇ। ਜੀ ਚਲੋ ਸ਼ੁਕਰੀਆ ਚਰਨਜੀਤ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਅਸੀਂ ਉਸ ਪੁਆਇੰਟ ਤੋਂ ਪੂਰਾ ਲਾਈਵ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਢਾਬੇ ਦੇ ਉੱਤੇ ਬੈਠ ਕੇ ਸ਼ੱਕੀਆਂ ਦੇ ਵੱਲੋਂ, ਹਾਲਾਂਕਿ ਇਹ ਕਲੀਅਰ ਨਹੀਂ ਹੈ ਇਸ ਕਰਕੇ ਅਸੀਂ ਬਾਰ-ਬਾਰ ਸ਼ੱਕੀ ਜ਼ਿਕਰ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਢਾਬੇ ਦੇ ਉੱਤੇ ਬੈਠ ਕੇ ਖਾਣਾ ਖਾਧਾ ਗਿਆ, 7 ਸ਼ੱਕੀ ਨਜ਼ਰ ਆਉਂਦੇ ਨੇ। ਤਸਵੀਰਾਂ ਅਸੀਂ ਥੋੜੀਆਂ ਜਿਹੀਆਂ ਧੁੰਦਲੀਆਂ ਕੀਤੀਆਂ ਨੇ ਤਾਂ ਕਿ ਜੇਕਰ ਕੋਈ ਹੋਰ ਹੋਵੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਕਿਉਂਕਿ ਹੁਣ ਤੱਕ ਸ਼ੱਕੀ ਨੇ ਔਰ 7 ਲੋਕ ਨਜ਼ਰ ਆ ਰਹੇ ਨੇ ਔਰ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ, ਆਪਸ ਦੇ ਵਿੱਚ ਬੈਠ ਕੇ ਕੋਈ ਮੋਬਾਈਲ ਚਲਾ ਰਿਹਾ, ਕੋਈ ਕੁਝ ਕਰ ਰਿਹਾ। ਆਮ ਤੌਰ ਤੇ ਜਦੋਂ ਕੋਈ ਯਾਰ ਦੋਸਤ ਵੀ ਖਾਣਾ ਖਾਣ ਚਲੇ ਜਾਂਦੇ ਨੇ ਤਾਂ ਇਸ ਤਰੀਕੇ ਦਾ ਹੀ ਮਾਹੌਲ ਹੁੰਦਾ ਹੈ। ਤਾਂ ਇਹ 7 ਲੋਕਾਂ ਨੇ ਇੱਥੇ ਬੈਠ ਕੇ ਖਾਣਾ ਖਾਇਆ। ਉਸ ਤੋਂ ਬਾਅਦ ਕਿਉਂਕਿ ਸਵੇਰੇ 10:21 ਦੀ ਇਹ ਪੂਰੀ ਘਟਨਾ ਹੈ ਔਰ ਉਸ ਤੋਂ ਬਾਅਦ ਉੱਥੋਂ ਉਹ ਜਿਹੜੇ ਰਵਾਨਾ ਹੋਏ, ਰੇਕੀ ਕੀਤੀ ਔਰ ਵਾਰਦਾਤ ਨੂੰ ਅੰਜਾਮ ਦਿੱਤਾ।